ਦੋਸਤੋ ਮੈਂ ਅਮਰਜੋਤ ਸਿੰਘ ਬੋਲ ਰਿਹਾ। ਇਸ ਵਕਤ ਮੈਂ ਇੰਡੀਆ ਹੋਇਆ ਤੇ ਸਵੇਰ ਦੇ 10 ਵਜਣ ਲੱਗੇ ਆ। ਨਈ ਪਾਰਲੀਮੈਂਟ ਬਿਲਡਿੰਗ ਪ੍ਰਧਾਨ ਮੰਤਰੀ ਮੋਦੀ ਇਨੋਗਰੇਟ ਕਰ ਰਹੇ ਆ। ਅੱਜ ਹੈ 28 ਤਰੀਕ ਸੰਡੇ ਦੀ। ਭਾਰਤ ਦੀ ਲੋਕਤੰਤਰ ਵਿੱਚ ਨया ਆਗਾਜ਼ ਹੋ ਰਿਹਾ। ਨਈ ਪਾਰਲੀਮੈਂਟ ਬਿਲਡਿੰਗ ਦੀ ਇਨੋਗ੍ਰੇਸ਼ਨ ਲਾਈਵ ਚੱਲ ਰਹੀ ਹੈ ਸਾਹਮਣੇ दूरदर्शन ਤੇ ਆ ਰਹੀ ਮੈਂ ਦੇਖ ਰਿਹਾ। दूसरी तरफ खबर आई है कमलदीप सिंह ਜਿਹੜੇ ਆਲਰੇਡੀ ਰਜਾਨਾ ਪਹੁੰਚੇ ਹੋਏ ਹੈ ਕੈਨੇਡਾ ਤੋਂ ਮੈਨੂੰ ਦੱਸ ਰਹੇ ਹੈ ਖੁਸ਼ਖਬਰੀ ਗੁੱਡ ਨਿਊਜ਼ ਦੱਸ ਰਹੇ ਹੈ ਕਿ ਉਹਨਾਂ ਦਾ ਰੈੱਡ ਸੀਲ ਪਾਸ ਹੋ ਗਿਆ ਪਹਿਲੇ ਝਟਕੇ 'ਚ ਪਾਸ ਹੋ ਗਿਆ ਵਿਚ ਇਜ਼ ਕੁਆਇਟ ਅ ਵੰਡਰਫੁਲ ਅਚੀਵਮੈਂਟ ਕਿਉਂਕਿ ਜਿੰਨੇ ਵੀ ਮੈਂ ਰੈੱਡ ਸੀਲ ਦੇ ਵੀਜ਼ੇ ਕੀਤੇ ਆ ਲੋਕਾਂ ਦੇ ਕਈ ਵਾਰ ਉਹਨਾਂ ਨੂੰ ਇਹ ਉਹਨਾਂ ਨੇ ਲੱਗਿਆ ਕਿ ਵੀ ਇੱਥੇ ਤਾਂ ਐਗਜ਼ਾਮੀਨੇਸ਼ਨ ਹੀ ਬਹੁਤ ਹੀ ਮੁਸ਼ਕਿਲ ਹੈ ਜੀ ਕਿਵੇਂ ਪਾਸ ਹੋਏਗਾ ਕਿਸ ਤਰ੍ਹਾਂ ਹੋਏਗਾ ਮੈਂ ਕਿਹਾ ਵੀ ਆਈ ਕੈਨ ਨਾਟ ਹੈਲਪ ਯੂ ਆਈ ਕੈਨ ਓਨਲੀ ਹੈਲਪ ਇਨ ਦ ਵੀਜ਼ਾ ਬਟ ਉਹਦੇ ਬਾਅਦ ਤੁਸੀਂ ਇੰਡੀਪੈਂਡੈਂਟਲੀ ਕਰਨਾ ਪਰ ਕਮਲਦੀਪ ਨੇ ਤੇ ਕਮਾਲ ਕਰਦਾ ਤੇ ਪਹਿਲੇ ਝਟਕੇ ਵਿੱਚ ਇਹਨਾਂ ਨੇ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਕਰਕੇ ਅੱਜ ਆਏ ਆ ਆਓ ਪਤਾ ਕਰਦੇ ਹਾਂ ਕਿ ਕੀ ਇਹਨਾਂ ਦੀ ਸੀਕ੍ਰੇਟ ਹੈ ਕਿਸ ਤਰ੍ਹਾਂ ਤਿਆਰੀ ਕੀਤੀ ਕਮਲਦੀਪ ਥੈਂਕ ਯੂ ਵੈਰੀ ਮਚ ਫॉर ਕਮਿੰਗ ਤੁਸੀਂ ਰਜਾਇਨਾ ਹੋ ਹਾਂਜੀ ਹਾਂਜੀ ਮੈਂ ਰਜਾਇਨਾ ਤੋਂ ਸਰ ਤੁਸੀਂ ਕੁਝ ਨਿਊਜ਼ ਵੀ ਦੇ ਰਹੇ ਸੀ ਰਜਾਇਨਾ ਵਿੱਚ ਮੇਰੇ ਖਿਆਲ ਹੈ ਕਿ ਕੱਲ ਪਰਸੋਂ ਜਾਂ ਅੱਜ ਕੁਝ ਹੋਇਆ ਉੱਥੇ ਜਿਹੜਾ ਵਿਸਾਖੀ ਕੋਈ ਪਰੇਡ ਵਗੈਰਾ ਹੋਈ ਕੁਝ ਅੱਜ ਕੁਝ ਨਗਰ ਕੀਰਤਨ ਸੀਗਾ ਜੀ ਹਾਂਜੀ ਹਾਂਜੀ ਨਗਰ ਕੀਰਤਨ ਸੀਗਾ ਲਾਸਟ ਵੀਕਐਂਡ ਸੀਗਾ ਸੈਸਕਟੂਨ ਔਰ ਦਿਸ ਵੀਕਐਂਡ ਇੱਥੇ ਰਜਾਇਨਾ ਵਿੱਚ ਸੀਗਾ ਇਹ ਤੁਹਾਡਾ ਜਿਹੜਾ ਜ਼ਿੰਦਗੀ ਦਾ ਪਹਿਲੀ ਵਾਰ ਤੁਸੀਂ ਕੈਨੇਡਾ ਵਿੱਚ ਨਗਰ ਕੀਰਤਨ ਤੁਸੀਂ ਅੱਜ ਐਕਸਪੀਰੀਅੰਸ ਕੀਤਾ ਇਹ ਕਿਵੇਂ ਫਰਕ ਰਿਹਾ ਪੰਜਾਬ ਤੋਂ ਦੇਖਿਆ ਉਹਨਾਂ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਫਰਕ ਲੱਗਿਆ ਕਿਸ ਤਰ੍ਹਾਂ ਦੀ ਮਾਹੌਲ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਕੋਈ ਵੇਵਲੈਂਥ ਕੀ ਚੱਲ ਰਿਹਾ ਸੀ ਉਧਰ ਬਹੁਤ ਵਧੀਆ ਲੱਗਿਆ ਸਰ ਕਿਉਂਕਿ ਰਜਾਇਨਾ ਦੇ ਵਿੱਚ ਜਦ ਕਿਸੇ ਵੀ ਤੁਸੀਂ ਦੇ ਲਓ ਸਿਟੀ ਦੇ ਵਿੱਚ ਆਫਟਰ 1 ਈਅਰ ਹੀ ਇੱਥੇ ਹੈ ਨਾ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਤੇ ਇਹਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਨੇ ਇੱਥੇ ਸਾਰੇ ਰਜਾਇਨਾ ਦੇ ਵਿੱਚ ਉਹਨਾਂ ਦੇ ਲਈ ਫਿਰ ਇੱਕ ਸੁਨਹਿਰੀ ਮੌਕਾ ਹੈ ਯਾਰ ਚਲੋ ਯਾਰ ਇੱਕ ਦਿਨ ਤਾਂ ਹੈਗਾ ਨਾ ਤੁਸੀਂ ਫੈਮਿਲੀ ਫਰੈਂਡਸ ਨਾਲ ਸਾਰੇ ਬੰਦੇ ਫਿਰ ਬਾਹਰ ਜਾਂਦੇ ਨੇ ਅਤੇ ਗੁਰਦੁਆਰੇ ਜਾਂਦੇ ਨੇ ਮੱਥਾ ਟੇਕਦੇ ਨੇ ਤਾਂ ਗੈਟ ਟੂਗੈਦਰ ਵੀ ਇੱਕ ਤਰ੍ਹਾਂ ਦਾ ਹੋ ਜਾਂਦਾ ਜੀ ਖਾਣ ਪੀਣ ਦੇ ਮੌਤ ਸੀ ਕਾਫੀ ਕੁਝ ਲੰਗਰ ਉਹਨਾਂ ਲਾਇਆ ਉਹਨਾਂ ਮੇਰੇ ਕੋਲ ਪੀਜ਼ਾ ਕੋਈ ਸਮੋਸੇ ਕੋਈ ਫਰੂਟ ਜੂਸ ਬੜਾ ਕੁਝ ਹਾਂਜੀ ਹਾਂਜੀ ਬਸ ਦਾਲ ਰੋਟੀ ਨਹੀਂ ਸੀ ਹੈਗੀ ਬਾਕੀ ਸਭ ਕੁਝ ਸੀਗਾ ਜੀ ਬਸ ਮੈਨੂੰ ਮੈਂ ਯੂ ਆਰ ਰਾਈਟ ਅਬਾਊਟ ਇਸ ਨਗਰ ਜਿੰਨੇ ਵੀ ਨਗਰ ਕੀਰਤਨ ਹੁੰਦੇ ਨਾ ਜਿਹੜੇ ਕੈਨੇਡਾ ਵਿੱਚ ਨਗਰ ਕੀਰਤਨ ਭਾਵੇਂ ਅਮਰੀਕਾ ਵੀ ਹੈ ਇੱਥੇ ਦਾਲ ਫੁਲਕੇ ਦੇ ਇਲਾਵਾ ਬਾਕੀ ਦੁਨੀਆ ਭਰ ਦਾ ਸਭ ਕੁਝ ਸਮਾਨ ਹੁੰਦਾ ਹੈ ਆਈਸਕ੍ਰੀਮ ਕੋਈ ਪੀਜ਼ਾ ਕੋਈ ਛੋਲੇ ਭਟੂਰੇ ਕੋਈ ਗੋਲ ਗੱਪੇ ਕੋਈ ਮਤਲਬ ਕਿ ਚੌਮੀਨ ਤੱਕ ਮੈਨੂੰ ਯਾਦ ਹੈ ਕਿ ਐਡਮਿੰਟਨ ਵਿੱਚ ਚੌਮੀਨ ਵੀ ਦਿੱਤਾ ਜਾਂਦਾ ਉਹ ਕਹਿੰਦੇ ਖਾਓ ਪੀਓ ਐਸ਼ ਕਰੋ ਤੇ ਬਾਕੀ ਜਿਹਨੇ ਦਾਲ ਫੁਲਕਾ ਖਾਣਾ ਹੁੰਦਾ ਉਹ ਗੁਰਦੁਆਰਾ ਸਾਹਿਬ ਜਾਂਦੇ ਆ ਹਾਂਜੀ ਹਾਂਜੀ ਅਸੀਂ ਸਾਡੀ ਕੰਪਨੀ ਰੋਡਵੇਜ਼ ਦੇ ਥਰੂ ਵੀ ਲੱਗੀ ਹੋਈ ਸੀ ਸਟਾਲ ਲਗਾਈ ਹੋਈ ਸੀ ਅਸੀਂ ਨੇ ਮੇਰੇ ਓਨਰ ਨੇ ਜਿਹੜੇ ਲਾਉਂਦੇ ਨੇ ਉਹ ਇਸ ਸਾਲ ਵੀ ਉਹਨਾਂ ਨੇ ਲਗਾਈ ਸੀਗੀ ਜੀ ਦੈਟਸ ਗੁੱਡ ਸੋ ਹੁਣ ਦੱਸੋ ਤੁਸੀਂ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਤੁਸੀਂ ਕਿਸ ਤਰ੍ਹਾਂ ਦੇ ਕੁਐਸਚਨ ਆਏ ਕਿਸ ਤਰ੍ਹਾਂ ਹੋਇਆ ਉਹਦੇ ਬਾਰੇ ਦੱਸੋ ਕਿ ਵੀ ਹਾਊ ਡਿਡ ਯੂ ਪਾਸ ਦ ਐਗਜ਼ਾਮੀਨੇਸ਼ਨ ਕਿਵੇਂ ਲੱਗਿਆ ਰੈੱਡ ਸੀਲ ਦੇ ਸਰ ਐਕਚੁਅਲੀ ਮੈਂ ਇੱਕ ਹੀ ਗੱਲ ਕਹਿਣਾ ਚਾਹੂੰਗਾ ਕਿ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ ਕੋਲ ਯਾਰ 15 ਸਾਲ ਦਾ ਜਾਂ 20 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਨਾ ਸਾਨੂੰ ਸਟੱਡੀ ਦੀ ਜ਼ਰੂਰਤ ਨਹੀਂ ਹੈ ਐਕਸਪੀਰੀਅੰਸ ਇਨਫ ਟੂ ਕਰੈਕ ਦਿਸ ਐਗਜ਼ਾਮ ਦੈਟ ਇਜ਼ ਰੋਂਗ ਰਾਈਟ ਬਿਕੋਜ਼ ਜਿਹੜਾ ਐਗਜ਼ਾਮ ਹੈ ਉਹ ਸਿਰਫ ਤੁਸੀਂ ਐਕਸਪੀਰੀਅੰਸ ਦੇ ਨਾਲ ਨਹੀਂ ਕਰੈਕ ਕਰ ਸਕਦੇ ਉਹਨੂੰ ਯੂ ਨੀਡ ਸਮ ਥਿਊਰੀ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੀ ਇਟ ਮੀਨਸ ਅਗਰ ਤੁਸੀਂ ਡੀਲਰਸ਼ਿਪ 'ਚ ਕਿਸੇ ਕੰਮ ਕਰ ਰਹੇ ਹੋ ਤੁਸੀਂ ਟ੍ਰੇਨਿੰਗਾਂ ਲੱਤੀਆਂ ਹੋਈਆਂ ਨੇ ਕਿਉਂਕਿ ਉੱਥੇ ਥਿਓਰੀਟੀਕਲ ਕੁਐਸਚਨ ਆਉਣੇ ਨੇ ਤੁਹਾਡੇ ਕੋਲ ਪ੍ਰੈਕਟੀਕਲ ਕੁਛ ਨਹੀਂ ਕਰਵਾ ਕੇ ਦਿਖਾਉਣਾ ਉਹਨਾਂ ਨੇ 125 ਕੁਐਸਚਨ ਆਉਂਦੇ ਨੇ ਐਂਡ ਵਿਦਿਨ 4 ਆਵਰਸ MCQ ਕੁਐਸਚਨ ਨੇ ਸਾਰੇ ਬਟ ਅਗਰ ਥਿਊਰੀ ਸਟਰੋਂਗ ਹੈ ਆਟੋਮੋਟਿਵ ਦੇ ਵਿੱਚ ਆਟੋਮੋਬਾਈਲ ਦੇ ਵਿੱਚ ਦੈਨ ਯੂ ਕੈਨ ਪਾਸ ਈਜ਼ਲੀ ਅਦਰਵਾਈਜ਼ ਥੋੜ੍ਹੀ ਜਿਹੀ ਡਿਫੀਕਲਟੀ ਆ ਸਕਦੀ ਹੈ ਇਸ ਤਰ੍ਹਾਂ ਦਾ ਕੁਐਸਚਨ ਕਿਉਂਕਿ ਮੇਰੇ ਕੋਲ ਮੈਂ ਕੁਛ ਕੁਐਸਚਨ ਵੀ ਬਾਏ ਕੀਤੇ ਸੀ ਔਨਲਾਈਨ ਰਾਈਟ ਮੇਰੇ ਕੋਲ ਸਟੱਡੀ ਮਟੀਰੀਅਲ ਵੀ ਸੀਗਾ ਬਟ ਇੱਕ ਵੀ ਕੁਐਸਚਨ ਮੈਨੂੰ ਨਾ ਹੀ ਔਨਲਾਈਨ ਜਿਹੜੇ ਮੈਂ ਬਾਏ ਕੀਤੇ ਨੇ ਉਹਨਾਂ ਵਿੱਚੋਂ ਆਇਆ ਹੈ ਇੱਕ ਵੀ ਕੁਐਸਚਨ ਨਾ ਹੀ ਮੈਂ ਜਿਹੜੀ ਸਟੱਡੀ ਕੀਤੀ ਉਹਨਾਂ ਦੇ ਵਿੱਚੋਂ ਆਇਆ ਹੈ ਤੁਸੀਂ ਸੋਚ ਸਕਦੇ ਹੋ ਇਹ ਆਨਲਾਈਨ ਦੁਕਾਨਾਂ ਜਿਹੜੀਆਂ ਨੇ ਖੋਲੀ ਹੋਈਆਂ ਕਿ ਕਰ ਲਓ ਮਤਲਬ ਕਿਸੇ ਕੰਮ ਦੀ ਨਹੀਂ ਕੋਈ ਜ਼ਿਆਦਾ ਨਹੀਂ ਕੁਛ ਵੀ ਨਹੀਂ ਹੈ ਉਹਨਾਂ ਵਿੱਚੋਂ ਮੈਂ ਘੱਟੋ ਘੱਟ ਮੇਰੇ ਕੋਲ 1000 ਕੁਐਸਚਨ ਸੀਗੇ 1000 ਦੇ ਵਿੱਚੋਂ ਇੱਕ ਵੀ ਕੁਐਸਚਨ ਨਹੀਂ ਆਇਆ ਤੁਸੀਂ ਚਲਾ ਲਓ ਜੀ ਹਿਸਾਬ ਲੋਕਾਂ ਨੇ ਉਦਾਂ ਹੀ ਦੁਕਾਨਾਂ ਬਣਾਈ ਹੋਈ ਹੈ ਕਿ ਆਨਲਾਈਨ ਕਰੋ ਜੀ ਕੋਲਾਨਾ ਮੈਨੂੰ ਤਾਂ ਕਈ ਵਾਰ ਕਾਲ ਕਰ ਚੁੱਕੇ ਹਾਂ ਸਰੀ ਤੋਂ ਕਿ ਜੀ ਅਸੀਂ ਟ੍ਰੇਨਿੰਗ ਕਰਦੇ ਹਾਂ ਅਸੀਂ ਜੀ ਮੇਰੀ ਗਰੰਟੀ ਹੈ ਜੀ ਤੁਹਾਨੂੰ ਪਾਸ ਕਰਾ ਦੇਂਗੇ ਤੁਸੀਂ ਬੰਦੇ ਭੇਜੋ ਮੈਂ ਕਿਹਾ ਵੀ ਓਕੇ ਥਿੰਕ ਅਬਾਊਟ ਇਟ ਪਰ ਤੁਸੀਂ ਕਿਹਾ ਕਿ ਵੀ ਉਹਨਾਂ ਦਾ ਕੋਈ ਕੰਮ ਨਹੀਂ ਆ ਮੈਨੂੰ ਇਸ ਤਰ੍ਹਾਂ ਕਰੋ ਕਿ ਆਟੋਮੋਟਿਵ ਦੀ ਮੈਨੂੰ ਆਈ ਐਮ ਨਾਟ ਐਕਸਪਰਟ ਐਜ਼ ਯੂ ਆਰ ਪਰ ਮੈਨੂੰ ਇੱਕ ਆਧ ਕੋਈ ਸਵਾਲ ਦੱਸੋ ਕਿ ਵੀ ਕਿਸ ਤਰ੍ਹਾਂ ਦਾ ਸਵਾਲ ਹੈ ਜਿਹੜਾ ਤੁਹਾਨੂੰ ਚੇਤਾ ਹੈ ਕਿ ਵੀ ਇਹ ਸਵਾਲ ਆਇਆ ਜਿਹਦੇ ਵਿੱਚ ਤੁਸੀਂ ਸੋਚ ਪੈ ਗਏ ਕਿ ਵੀ ਟਰਾਂਸਮਿਸ਼ਨ ਦਾ ਆਟੋਮੋਟਿਵ ਕੀ ਹੈ ਕੋਈ ਸਵਾਲ ਕਿਸ ਤਰ੍ਹਾਂ ਦਾ ਆਇਆ ਹਾਂ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਵੀ ਆਪਣੇ ਗੱਡੀ ਦੇ ਸੈਕਸ਼ਨ ਹੈ ਚਾਹੇ ਉਹ ਇੰਜਨ ਕੰਪਾਰਟਮੈਂਟ ਹੈ ਟਰਾਂਸਮਿਸ਼ਨ ਹੈ ਚਾਸੀਸ ਹੈ ਹਰ
ਹਰ ਇੱਕ ਉਹਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਣਗੇ, ਹੈ ਨਾ ਜੀ, ਸਬਜੈਕਟ ਦੇ ਵਿੱਚੋਂ। ਫੋਰ ਐਗਜ਼ਾਮਪਲ ਲਗਾ ਲਓ, ਇੰਜਨ ਦੇ ਵਿੱਚ ਕੁਐਸਚਨ ਆ ਰਿਹਾ, ਅਗਰ ਇੰਜਨ ਤੁਹਾਡਾ ਮਿਸਫਾਇਰਿੰਗ ਕਰ ਰਿਹਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਚੈੱਕ ਕਰੋਗੇ, ਰਾਈਟ? ਉਹਦੇ ਵਿੱਚ ਜਿਹੜੇ MCQ ਨੇ 4 ਆਨਸਰ ਨੇ, ਤੇ ਕੋਈ ਵੀ ਬੰਦਾ ਕਹਿ ਦੂਗਾ ਯਾਰ ਇਹ ਮੇਰੀ ਮਰਜ਼ੀ ਹੈ, ਮੈਂ ਤਾਂ ਇਹ ਚੀਜ਼ ਚੈੱਕ ਕਰੂੰਗਾ, ਮੈਨੂੰ ਤਾਂ ਲੱਗਦਾ ਕਿ ਮੈਂ ਪਹਿਲਾਂ ਫਿਊਲ ਚੈੱਕ ਕਰੂੰਗਾ। ਦੂਸਰਾ ਬੰਦਾ ਕਹੇਗਾ ਮੈਨੂੰ ਇਗਨੀਸ਼ਨ ਚੈੱਕ ਕਰੂੰਗਾ। ਤੀਸਰਾ ਬੰਦਾ ਕਹੇਗਾ ਨਹੀਂ ਯਾਰ ਪਹਿਲਾਂ ਮੈਂ ਕਸਟਮਰ ਨਾਲ ਗੱਲ ਕਰੂੰਗਾ ਵੀ ਤੈਨੂੰ ਪ੍ਰੋਬਲਮ ਕਿਵੇਂ ਆ ਰਹੀ ਹੈ ਨਾ, ਕਿਵੇਂ ਆ ਰਹੀ ਹੈ। ਚੌਥਾ ਕਹੂਗਾ ਕਿ ਨਹੀਂ ਯਾਰ ਪਹਿਲਾਂ ਮੈਂ ਸਕੈਨ ਟੂਲ ਲਗਾਊਂਗਾ। ਦੇਖੋ ਚਾਰੋਂ ਆਨਸਰ ਸਹੀ ਨੇ, ਬਟ ਵਿਚ ਇਜ਼ ਦਾ ਪ੍ਰੋਬੇਬਲੀ, ਮਤਲਬ ਸਭ ਤੋਂ ਕਲੋਜ਼ ਕੁਐਸਚਨ ਕਿਹੜਾ ਹੈ, ਕੁਐਸਚਨ ਆਨਸਰ ਕਿਹੜਾ ਤੁਹਾਡਾ, ਉਹ ਦੈਟਸ ਦਾ ਰਾਈਟ ਆਨਸਰ। ਇਹਦਾ ਆਨਸਰ ਹੈ ਕੀ ਵੈਸੇ? ਇਹਦਾ ਸਕੈਨ ਟੂਲ ਲਗਾਏਗਾ ਲੜਕਾ, ਸਕੈਨ ਟੂਲ ਤੋਂ ਬਾਅਦ ਪਹਿਲਾਂ DTC ਚੈੱਕ ਕਰੇਗਾ, ਉਸ ਤੋਂ ਬਾਅਦ ਅੱਗੇ ਫਰਦਰ ਕਾਰਵਾਈ ਕਰੇਗਾ ਜੋ ਵੀ ਕਰਨੀ ਹੈ। ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਐਸਚਨ ਸੀਗੇ। ਤੁਸੀਂ ਹਿਸਾਬ ਲਗਾਓ 125 ਕੁਐਸਚਨ ਸੀਗੇ। ਹੁਣ ਮੇਰੇ ਦਿਮਾਗ 'ਚ 125 ਤਾਂ ਨਹੀਂ ਹੈ, ਬਟ 30 to 35 ਕੁਐਸਚਨ ਮੇਰੇ ਦਿਮਾਗ ਦੇ ਵਿੱਚ ਹੈ ਸੀ ਕਿ ਯਾਰ ਇਹ ਕੁਐਸਚਨ ਮੈਂ ਲਿਖ ਵੀ ਲਏ ਇੱਥੇ ਆ ਕੇ, ਤਾਂ ਕਿ ਮਤਲਬ ਪਤਾ ਯਾਦ ਰਹੇ ਬੰਦੇ ਨੂੰ ਯਾਰ ਕਿਹੜੇ ਕਿਹੜੇ ਕੁਐਸਚਨ ਆਏ ਸੀਗੇ ਨਾ, ਕਿਸ ਤਰ੍ਹਾਂ ਦੇ ਕੁਐਸਚਨ ਸੀਗੇ। ਸਾਰੇ ਕੁਐਸਚਨ ਟ੍ਰਿਕੀ ਆਉਂਦੇ ਨੇ ਜੀ, ਈਜ਼ੀ ਐਂਡ ਟ੍ਰਿਕੀ ਨੇ ਜੀ। ਇਹ ਨਹੀਂ ਹੈ ਵੀ ਐਕਸਪੀਰੀਅੰਸ ਹੈਗਾ ਸੀ ਮੈਨੂੰ ਤੇ ਮੈਂ ਈਜ਼ੀਲੀ ਕਰੈਕ ਕਰ ਸਕਦਾ ਸੀ, ਬਟ ਯਾ ਇੰਡੀਆ ਵਿੱਚ ਤੁਹਾਨੂੰ ਪਤਾ ਵੀ ਐਕਸਪੀਰੀਅੰਸ ਸੀਗਾ ਟ੍ਰੇਨਿੰਗ ਡਿਪਾਰਟਮੈਂਟ ਦੇ ਵਿੱਚ, ਟੈਕਨੀਕਲ ਡਿਪਾਰਟਮੈਂਟ ਦੇ ਵਿੱਚ। ਅਸੀਂ ਖੁਦ ਦੂਸਰਿਆਂ ਨੂੰ ਸਮਝਾਉਂਦੇ ਸੀਗੇ ਉੱਥੇ, ਯਾਰ ਇਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਕਰਨੀਆਂ ਨੇ, ਅਗਰ ਤੁਹਾਨੂੰ ਐਗਜ਼ਾਮ ਆਉਂਦਾ ਹੈ, ਉਹੀ ਸਾਨੂੰ ਆਈਆਂ ਨੇ ਇੱਥੇ। ਕਮਲ, ਜਿਹੜਾ ਤੁਸੀਂ ਐਗਜ਼ਾਮੀਨੇਸ਼ਨ ਪਾਸ ਕੀਤਾ, ਮੈਨੂੰ ਪਤਾ ਕਿ ਤੁਸੀਂ ਇੰਡੀਆ ਵੀ ਕਈ ਡੀਲਰਸ਼ਿਪ ਤੋਂ ਕੋਈ ਸਰਟੀਫਿਕੇਟਸ ਜਾਂ ਕੋਈ ਮੈਰਿਟ ਸਰਟੀਫਿਕੇਟਸ ਜਾਂ ਅਵਾਰਡਸ ਵਗੈਰਾ ਜਿੱਤੇ ਹੋਏ ਆ। ਇੰਡੀਆ ਤੋਂ ਵੀ ਬਾਹਰ ਵੀ ਕੰਟਰੀ ਤੁਸੀਂ ਗਏ ਹੋ, 2-3 ਕੰਟਰੀ, ਉੱਥੇ ਵੀ ਤੁਸੀਂ ਟ੍ਰੇਨਿੰਗ ਲੈ ਕਰ ਆਏ ਹੋ, ਜਿਹੜੇ ਆਪਣੇ GM ਦੀ, ਸ਼ੈਵੀ ਵਗੈਰਾ ਦੇ। ਤੇ ਇੱਥੇ ਵੀ ਤੁਸੀਂ ਪਾਸ ਕਰ ਗਏ ਹੋ। ਫॉर श्योर ਯੂ ਆਰ ਅ ਵੈਰੀ ਸਮਾਰਟ ਫੈਲੋ, ਸਮਾਰਟ ਮਤਲਬ ਪ੍ਰੋਫੈਸ਼ਨਲ। ਤੇ 100% ਕੇ ਜਿਹੜੇ ਵੀ ਸਪੈਸ਼ਲੀ ਜਿਹੜੇ ਵੀ ਨਏ ਆਟੋਮੋਟਿਵ ਰਿਜ਼ਿਊਮੇ ਮੇਰੇ ਕੋਲ ਮਤਲਬ ਲੋਕੀ ਭੇਜਦੇ ਹਮੇਸ਼ਾ ਕਿ ਵੀ ਮੈਨੂੰ ਜੌਬ, ਤੇ ਤੁਹਾਨੂੰ ਮੈਂ ਜ਼ਰੂਰ ਯੂਜ਼ ਕਰਾਂਗਾ ਕਿ ਵੀ ਤੁਸੀਂ ਉਹਨਾਂ ਦਾ ਇੰਟਰਵਿਊ ਕਰਕੇ ਮੈਨੂੰ ਦੱਸੋ ਕਿ ਵੀ ਇਹ ਕੰਮ ਦਾ ਬੰਦਾ ਹੈ ਵੀ ਕਿ ਨਹੀਂ ਹੈ, ਮਤਲਬ ਇਹ ਕੁਆਲੀਫਾਈਡ ਹੈ ਅਕੋਰਡਿੰਗ ਟੂ ਟ੍ਰੇਡ ਹੈ ਕਿ ਨਹੀਂ, ਉਹ ਵੀ ਮੈਂ ਯੂਜ਼ ਕਰਾਂਗਾ। ਅੱਛਾ, ਹੁੰਦੇ ਤੁਹਾਡੇ ਕੋਲ ਜਿਹੜਾ ਜਰਨੀਮੈਨ ਸਰਟੀਫਿਕੇਟ ਤੁਹਾਨੂੰ ਉਹਨਾਂ ਨੇ ਦੇਤਾ ਹੈ ਜਾਂ ਦੇਣਗੇ, ਜਾਂ ਕਿਸ ਤਰ੍ਹਾਂ, ਹੁਣ ਕੀ ਪ੍ਰੋਸੀਜਰ ਹੈ? ਮੈਨੂੰ ਮੇਲ ਕਰਨਗੇ ਉਹ, ਆਈ ਥਿੰਕ ਨੈਕਸਟ ਵੀਕ, ਪ੍ਰੋਬਬਲੀ ਨੈਕਸਟ ਵੀਕ ਮੇਰੇ ਕੋਲ ਆ ਜਾਏਗਾ ਉਹ। ਉਹਨਾਂ ਦੀ ਮੇਲ ਆ ਗਈ ਹੈ, ਵੀ ਵਿਲ ਮੇਲ ਯੂ। ਚਲੋ, ਉਹਦਾ ਤੇ ਤੁਹਾਨੂੰ ਜ਼ਿਆਦਾ ਕੋਈ ਮਤਲਬ ਕਿ ਤੁਹਾਡੀ PR ਦੀ ਤੁਹਾਡੀ ਨੋਮੀਨੇਸ਼ਨ ਤੇ ਆਲਰੇਡੀ ਹੋ ਚੁੱਕੀ ਹੈ, ਤੁਹਾਡੀ PR ਦੀ ਫਾਈਲ ਆਲਰੇਡੀ ਔਨ ਟਰੈਕ ਚੱਲੀ ਰਹੀ ਹੈ। ਯੈਸ, ਠੀਕ ਹੈ, ਉਹਦੇ ਵਿੱਚ ਤਾਂ ਕੋਈ ਚੱਕਰ ਨਹੀਂ। ਜੇ ਅਗਰ ਨਹੀਂ ਹੁੰਦੀ ਤਾਂ ਟਿਪੀਕਲੀ ਇਸ ਜਰਨੀਮੈਨ ਸਰਟੀਫਿਕੇਟ ਨੂੰ ਲੈ ਕੇ ਜਿਹੜੇ ਲੋਕ ਹੈ ਜਿਨ੍ਹਾਂ ਕੋਲ PR ਦਾ ਆਪਸ਼ਨ ਨਹੀਂ ਸੀ, ਉਹ ਡਾਇਰੈਕਟਲੀ ਐਕਸਪ੍ਰੈਸ ਐਂਟਰੀ ਵਿੱਚ ਆਪਣਾ ਫੈਡਰਲ ਸਕਿੱਲ ਟ੍ਰੇਡ ਕਲਾਸ ਵਿੱਚ ਲਾ ਸਕਦੇ ਸੀ, ਕਰੈਕਟ? ਤੇ ਉਹ ਤੇ ਚਲੋ, ਉਹ ਤੇ ਤੁਹਾਡੇ ਜਿਹੜੇ ਉਹ ਜਿਹੜਾ ਨਾ ਇੱਕ ਪੁਰਾਣੀ ਕੋਈ ਕਹਾਵਤ ਹੈ ਕਿ ਤੁਹਾਡੀ ਜਿਹੜੀ 10 ਉਂਗਲੀਆਂ ਜਿਹੜੀ ਘਿਓ 'ਚ ਹੈ, ਸਿਰ ਕਰਾਈ 'ਚ ਹੈ ਤੁਹਾਡਾ, ਤੇ ਦੋਨੋਂ ਤਰਫ ਤੁਹਾਡਾ ਜਿਹੜਾ ਉਹ ਤੁਸੀਂ ਉਹ ਤੁਹਾਡੇ ਕੋਲ ਆਪਸ਼ਨ ਹੈ। ਹੁਣ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਇੱਥੇ ਤੁਹਾਡੀ ਕੋਈ ਇਨਕਰੀਜ਼ ਹੈ, ਤੁਹਾਡੀ ਇਸ ਤਨਖਾਹ ਵਿੱਚ ਕੋਈ ਇਨਕਰੀਜ਼ ਹੈ? ਤੁਸੀਂ ਆਪਣੇ ਮਾਲਿਕ ਨੂੰ ਦੱਸਤਾ ਕਿ ਮੈਂ ਪਾਸ ਕਰ ਗਿਆ, ਕਿ ਮਾਲਿਕ ਸਾਹਿਬ ਕੀ ਕਹਿ ਰਹੇ ਹੁਣ? ਮੈਂ ਆਪਣੇ ਬੌਸ ਨੂੰ ਇਨਫੋਰਮ ਕਰਤਾ ਸੀ ਕੱਲ ਹੀ, ਤੇ ਕੱਲ ਮੇਰੇ ਕੋਲ ਆਇਆ ਸੀਗਾ। ਡੈਫੀਨੇਟਲੀ ਉਹ ਡਿਸਕਸ ਕਰਨਗੇ। ਉਹਨਾਂ ਨੇ ਮੈਨੂੰ ਕਿਹਾ ਵੀ ਹੈ ਵੀ ਚਲੋ ਆਪਾਂ ਡਿਸਕਸ ਕਰਦੇ ਹਾਂ ਬੈਠ ਕੇ, ਕਿ ਜਰਨੀਮੈਨ ਦੀ ਜੋ ਵੀ ਹੈ ਨਾ ਪੇਜਸ ਹੁੰਦੀਆਂ ਨੇ, ਹੈ ਨਾ, ਪ੍ਰੋਵਿੰਸ ਦੇ ਵਿੱਚ, ਡੈਫੀਨੇਟਲੀ ਹੀ ਵਿਲ ਡਿਸਕਸ ਵਿਦ ਮੀ। ਹਾਂ, ਜਰਨੀਮੈਨ ਦੀ ਮੇਰੇ ਖਿਆਲ ਹੈ ਕਿ ਸੈਸਕੈਚੁਆਨ, ਇਫ ਆਈ ਮੇ ਸਪੈਕੂਲੇਟ, ਮੈਨੂੰ ਚੇਤਾ ਤਾਂ ਨਹੀਂ, ਮੇਰੇ ਖਿਆਲ ਹੈ ਕਿ $30-35 ਤੋਂ ਸ਼ੁਰੂ ਹੋਣਾ ਹੀ ਹੋਣਾ ਹੈ ਪਰ ਆਵਰ ਮਿਨੀਮਮ। ਹਾਂ, ਇੰਨੀ ਰੇਂਜ ਤੋਂ ਸ਼ੁਰੂ ਹੋਣਾ ਹੀ ਹੋਣਾ ਹੈ। ਆਫ ਕੋਰਸ ਇਟ ਕੈਨ ਗੋ ਵਿਦ ਐਕਸਪੀਰੀਅੰਸ ਆਲ। ਸੋ ਉਹ ਵੀ ਵਧੀਆ ਕੰਮ ਹੋ ਗਿਆ। ਕੁੱਲ ਮਿਲਾ ਕੇ ਤੁਹਾਨੂੰ ਕੈਨੇਡਾ ਮਤਲਬ ਕਲਿੱਕ ਕਰ ਗਿਆ, ਤੁਹਾਨੂੰ ਸੂਟ ਕਰ ਗਿਆ ਬਿਲਕੁਲ। ਉਧਰ ਆਪਣਾ ਜੌਬ ਵੀ ਮਿਲ ਗਈ, ਵੀਜ਼ਾ ਵੀ ਖਟਾਖਟ ਹੋ ਗਿਆ, PR ਦੀ ਫਾਈਲ ਵੀ ਔਨ ਟਰੈਕ ਆ ਗਈ, ਤੇ ਜਰਨੀਮੈਨ ਦਾ ਸਰਟੀਫਿਕੇਟ ਵੀ ਪਾਸ ਕਰ ਗਏ। ਤੁਹਾਨੂੰ ਵਾਕਈ ਤੁਹਾਨੂੰ ਮਤਲਬ ਕਿ ਪੰਜਾਬ ਤੋਂ ਜਿਹੜਾ ਤੁਹਾਡਾ ਜਿਹੜਾ ਪੰਜਾਬ ਤੋਂ ਜਿਹੜਾ ਟਰਾਂਸਫਰ ਹੋਇਆ ਕੈਨੇਡਾ ਨੂੰ, ਮਤਲਬ ਕਿ ਤੁਹਾਨੂੰ ਇੱਕ ਤੁਹਾਡੇ ਜਿਹੜੇ ਤੁਹਾਡੀ ਕੁੰਡਲੀ ਵਿੱਚ ਜਿਹੜੇ ਕਲਿੱਕ ਕਰ ਗਈ, ਕਿ ਮਤਲਬ ਕਈ ਲੋਕਾਂ ਨੂੰ ਨਹੀਂ ਕਰਦੀ ਐਕਚੁਅਲੀ। ਆਈ ਹੈਵ ਮੈਨੀ ਐਗਜ਼ਾਮਪਲਸ ਕਿ ਇੱਕ ਪਿਛਲੇ ਮੈਂ ਮਤਲਬ ਕਿ ਅੱਜ ਤੋਂ 10 ਦਿਨ ਪਹਿਲਾਂ ਵੀ ਮੈਂ ਗੱਲ ਕਰ ਰਿਹਾ ਸੀ, ਇੱਕ ਦੁਬਈ ਤੋਂ, ਹੀ ਵਾਸ ਇਨ ਇਲੈਕਟ੍ਰੀਕਲ ਟ੍ਰੇਡ, ਤੇ ਉਹ ਫਿਰ ਉਹਨਾਂ ਦੇ ਮੇਰੇ ਖਿਆਲ 70% ਹੁੰਦਾ ਮਿਨੀਮਮ, ਤੇ ਮੇਰੇ ਖਿਆਲ 4 ਜਾਂ 5 ਨੰਬਰ ਤੋਂ ਰਹਿ ਗਏ ਸ਼ਾਇਦ, ਤੁਸੀਂ ਦੇਖਿਆ ਹੋਣਾ ਮੇਰੀ ਵੀਡੀਓ। ਸੋ ਇਟ ਇਜ਼ ਨਾਟ ਆਲਵੇਜ਼ ਈਜ਼ੀ ਕਿ ਪਹਿਲੇ ਉਹ ਕਲਿੱਕ ਹੋ ਜਾਏ, ਲੇਕਿਨ ਤੁਸੀਂ ਕਰ ਲਿਆ। ਆਈ ਐਮ ਵੈਰੀ ਗ੍ਰੇਟਫੁਲ ਟੂ ਯੂ ਕਿ ਤੁਸੀਂ ਉਸ ਚੀਜ਼ ਨੂੰ ਮਤਲਬ ਸਾਂਭ ਲਿਆ। ਦੇਖੋ, ਕੈਨੇਡਾ ਨੂੰ ਜਿਹੜੇ ਸਕਿਲਡ ਲੋਕ, ਕਈ ਵਾਰ ਮੈਨੂੰ ਪੁੱਛਦੇ ਲੋਕ ਕਿ ਵੀ ਨਹੀਂ ਜੀ ਭਾਜੀ, ਅਸੀਂ ਜਿਹੜੇ ਲੋਕ ਇੰਡੀਆ ਮੈਂ ਇੱਥੇ ਮਿਲਦੇ ITI ਤੋਂ, ਪੋਲੀਟੈਕਨਿਕ ਦੇ, ਕਿਸ ਨੇ ਫਿਟਰ ਕੀਤਾ, ਕਿਸ ਨੇ ਕੁਝ ਕੀਤਾ, ਵੈਲ ਉਹ ਕਹਿੰਦੇ ਨਹੀਂ ਜੀ ਮੇਰੇ ਕੋਲ ਤਾਂ ਡਿਪਲੋਮਾ ਜੀ। ਮੈਂ ਕਿਹਾ ਡਿਪਲੋਮਾ ਇੱਥੇ ਦਾ ਡਿਪਲੋਮਾ, ਕੈਨੇਡਾ ਦਾ ਡਿਪਲੋਮਾ ਨਹੀਂ ਹੈ।
ਕੈਨੇਡਾ ਦੀ ਇੱਕ ਟੈਕਨੋਲੋਜੀ, ਕੈਨੇਡਾ ਦੀ ਟਰਮੀਨੋਲੋਜੀ ਹੈ, ਕੈਨੇਡਾ ਦਾ ਇੰਗਲਿਸ਼ ਹੈ, ਕੈਨੇਡਾ ਦਾ ਸਟੈਂਡਰਡ ਹੈ, ਉਹ ਕੁਝ ਹੋਰ ਚੀਜ਼ ਹੈ। ਪੰਜਾਬ ਦਾ ITI ਕੀ ਕਰ ਲੇਗਾ, ਇਹਦੇ ਵਿੱਚ ਕੁਝ ਜ਼ਿਆਦਾ ਕਰ ਨਹੀਂ ਸਕਦਾ। ਤੇ ਮਤਲਬ ਕਿ ਕੈਨੇਡਾ ਦਾ ਜਿਹੜਾ ਸਟੈਂਡਰਡ ਹੈ, ਜੋ ਕੈਨੇਡੀਅਨ ਸਟੈਂਡਰਡ ਜਿਹੜਾ ਗੋਰਿਆਂ ਨੇ ਜਿਹਨੇ ਵੀ ਜਿਸ ਤਰ੍ਹਾਂ ਵੀ ਜਿਹਨੇ ਸਿਸਟਮ ਬਣਾਇਆ ਹੋਇਆ ਹੈ, ਹਰ ਇੱਕ ਚੀਜ਼ ਦਾ ਇੱਕ ਸਟੈਂਡਰਡ ਰੱਖਿਆ ਹੋਇਆ ਹੈ, ਭਾਵੇਂ ਆਟੋਮੋਟਿਵ ਟੈਕਨੋਲੋਜੀ ਹੋ ਜਾਂ ਵੈਲਡਿੰਗ ਹੋ ਜਾਂ ਪਲੰਬਿੰਗ ਹੋ ਜਾਂ ਕ੍ਰੇਨ ਆਪਰੇਟਰ ਜਾਂ ਵਟਐਵਰ ਜੋ ਵੀ ਕੁਝ ਹੈ, ਉਹਨਾਂ ਨੇ ਮਿਨੀਮਮ ਸਟੈਂਡਰਡ ਰੱਖਿਆ ਵੀ ਜੇ ਤੁਸੀਂ ਇਸ ਮਿਨੀਮਮ ਸਟੈਂਡਰਡ ਨੂੰ ਮੀਟ ਕਰੋਗੇ ਤਾਂ ਅਸੀਂ ਤੁਹਾਨੂੰ ਪ੍ਰੋਫੈਸ਼ਨਲ ਮੰਗਾਂਗੇ। ਤੇ ਹੁਣ ਦੇਖ ਲਓ ਮਤਲਬ ਕਿ ਜਿਹੜੇ ਨਰਸ ਹੈ, ਡਾਕਟਰ ਹੈ, ਸਾਰੇ ਜਗ੍ਹਾ ਇਸ ਤਰ੍ਹਾਂ ਦੀ ਸਟੈਂਡਰਡ ਹੈ। ਹੁਣ ਇੰਡੀਆ ਦੇ ਡਾਕਟਰ ਕਹਿੰਦੇ ਜੀ ਸਾਨੂੰ ਸਾਰਾ ਪਤਾ, ਕਹਿੰਦੇ ਵੀ ਤੁਸੀਂ ਇੱਥੇ ਕੈਨੇਡਾ ਦਾ ਐਗਜ਼ਾਮੀਨੇਸ਼ਨ ਫਿਰ ਵੀ ਨਹੀਂ ਪਾਸ ਕਰ ਸਕਦੇ ਹੋ। ਸੇਮ ਐਗਜ਼ਾਮਪਲ, ਜਦੋਂ ਮੈਂ ਐਗਜ਼ਾਮ ਦੇ ਰਿਹਾ ਸੀਗਾ ਮੇਰੇ ਨਾਲ ਹੋਰ ਵੀ ਇੰਡੀਅਨ ਸੀਗੇ, ਬਟ ਜਿਹੜੇ ਚੈਲੰਜ ਕਰ ਰਹੇ ਸੀਗੇ ਉਸ ਐਗਜ਼ਾਮ ਨੂੰ ਅਸੀਂ ਸਿਰਫ 2 ਜਣੇ ਹੀ ਸੀਗੇ, ਬਾਕੀ ਸਾਰੇ ਪੋਲੀਟੈਕ ਕਾਲਜ ਤੋਂ ਆਏ ਹੋਏ ਸੀਗੇ ਸਟੱਡੀ ਕਰਕੇ ਆਫਟਰ 5 years 6 years। ਤੇ ਜਿਹੜੇ ਇਲੈਕਟ੍ਰੀਸ਼ੀਅਨ ਵੀ ਮੇਰੇ ਨਾਲ ਬੈਠੇ ਸੀਗੇ, ਇਲੈਕਟ੍ਰੀਸ਼ੀਅਨ ਨੇ ਵੀ ਇੱਕ ਚੈਲੰਜ ਕੀਤਾ, ਉਹ ਵੀ ਇੰਡੀਆ ਤੋਂ ਆਇਆ ਸੀਗਾ। ਬਟ ਤੁਹਾਨੂੰ ਪਤਾ ਇਲੈਕਟ੍ਰੀਸਿਟੀ ਟੂ ਮਚ ਡਿਫਰੈਂਟ ਇਨ ਇੰਡੀਆ ਐਂਡ ਕੈਨੇਡਾ, ਕਿਉਂਕਿ ਇਹਨਾਂ ਦੇ ਆਪਣੇ ਕੋਰਸ ਨੇ ਇੱਥੇ, ਇਹਨਾਂ ਦੇ ਹਨਾ ਜੀ ਆਪਣੇ ਕੋਰਸ ਨੇ, ਉਹਨਾਂ ਨੂੰ ਉੱਥੇ ਬੁੱਕਸ ਵਗੈਰਾ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਕਿ ਯਾਰ ਕਿਉਂਕਿ ਇਲੈਕਟ੍ਰੀਸ਼ੀਅਨ ਦੇ ਵੀ ਕੋਰਸ ਨੇ ਇੱਥੇ, ਹਰ ਇੱਕ ਵਾਇਰਿੰਗ ਦੇ ਅਲੱਗ ਕੋਰਸ ਨੇ, ਹਨਾ ਪੈਨਲ ਦੇ ਅਲੱਗ ਕੋਰਸ ਨੇ, ਤੇ ਉਹਦੇ ਵਿੱਚ ਤਾਂ ਕਨਫਿਊਜ਼ ਹੋ ਜਾਂਦਾ ਯਾਰ ਬੰਦਾ, ਕਹਿੰਦਾ ਯਾਰ ਮੈਂ ਤਾਂ ਯਾਰ ਸਾਰੀ ਉਮਰ 15-20 ਸਾਲ ਮੈਂ ਇੰਡੀਆ 'ਚ ਕੰਮ ਕੀਤਾ ਹੈ, ਮੈਨੂੰ ਸਭ ਕੁਝ ਪਤਾ ਹੈ, ਇੱਥੇ ਆ ਕੇ ਥਿਊਰੀ ਚੇਂਜ ਹੋ ਗਈ। ਥਿਊਰੀ ਡੈਫੀਨੇਟਲੀ ਚੇਂਜ ਹੋਣੀ ਹੈ ਕਿਉਂਕਿ ਤੇਰਾ ਸਿਸਟਮ ਚੇਂਜ ਹੈ, ਤੇ ਉਹ ਐਡੀ ਵੱਡੀਆਂ ਬੁੱਕਾਂ ਵੀ ਨਾਲ ਐਗਜ਼ਾਮ ਦੇ ਵਿੱਚ ਦਿੰਦੇ ਨੇ ਕਿ ਤੁਹਾਨੂੰ ਟਰਬਲ ਨਾ ਹੋਵੇ ਕਿ ਤੁਸੀਂ ਕੋਡ ਫਾਈਂਡ ਕਰ। ਬਟ ਜੇ ਤੁਹਾਨੂੰ ਪਤਾ ਹੈ ਇਸ ਚੀਜ਼ ਬਾਰੇ, ਇੱਥੇ ਆ ਕੇ ਤੁਸੀਂ ਥੋੜਾ ਬਹੁਤਾ ਪੜ੍ਹੇ ਹੋ ਜਾਂ ਇੱਥੇ ਦੀ ਇਲੈਕਟ੍ਰੀਸਿਟੀ ਬਾਰੇ ਪਤਾ ਹੈ, ਦੈਨ ਤੁਸੀਂ ਪਾਸ ਹੋ ਸਕਦੇ ਹੋ, ਅਦਰਵਾਈਜ਼ ਥੋੜਾ ਮੁਸ਼ਕਿਲ ਆਏਗਾ। ਕਮਲ, ਇਹ ਓਪਨ ਬੁੱਕ ਐਗਜ਼ਾਮੀਨੇਸ਼ਨ ਦਾ ਤੁਹਾਡੇ ਕੋਲ ਕਿਤਾਬ ਹੁੰਦੀ ਕਿ ਨਹੀਂ, ਤੁਸੀਂ ਆਪਣੀ ਮੈਮੋਰੀ ਤੋਂ ਦੇਖਣਾ? ਨਹੀਂ, ਆਟੋਮੋਟਿਵ ਦੇ ਕੋਲ ਕੁਝ ਨਹੀਂ ਹੁੰਦਾ ਜੀ, ਸਿਰਫ ਇੱਕ ਬਲੈਂਕ ਪੇਪਰ ਹੁੰਦਾ, ਉਹ ਵੀ ਕੈਲਕੂਲੇਸ਼ਨ ਕਰਨ ਵਾਸਤੇ। ਅੱਛਾ, ਐਂਡ ਕੈਲਕੂਲੇਟਰ। ਮੈਨੂੰ ਇਹ ਪਤਾ ਹੈ ਕਿ ਸਾਡਾ ਜਿਹੜਾ ਮੇਰਾ ਐਗਜ਼ਾਮ ਹੁੰਦਾ ਸੀ ਨਾ, ਪਹਿਲਾਂ ਇਮੀਗ੍ਰੇਸ਼ਨ ਦਾ ਲਾਇਸੈਂਸ ਦੀ ਐਗਜ਼ਾਮੀਨੇਸ਼ਨ ਲੈਂਦੇ ਸੀ, ਅੱਜ ਕੱਲ੍ਹ ਵੀ ਆਈ ਐਮ ਸ਼ੋਰ ਪ੍ਰੀਟੀ ਮਚ ਦ ਸੇਮ ਥਿੰਗ। ਉਸ ਵਕਤ ਸਾਡਾ ਐਗਜ਼ਾਮੀਨੇਸ਼ਨ ਹੁੰਦਾ ਓਪਨ ਬੁੱਕ, ਮਤਲਬ ਕਿ ਜਿਵੇਂ ਕਿ ਇਮੀਗ੍ਰੇਸ਼ਨ ਲਾਅ ਦੇ ਬਾਰੇ ਉਹਨਾਂ ਨੇ ਕੋਈ ਸਵਾਲ ਦਿੱਤਾ ਕਿ ਵੀ ਆਹ ਹੋਗਾ, ਉਹ ਇਸ ਤਰ੍ਹਾਂ ਡਿਪੋਰਟੇਸ਼ਨ ਜੋ ਵੀ ਕੁਝ ਹੈ, ਤੇ ਇਹਦਾ ਮਤਲਬ ਕਿ ਕੀ ਹੋਏਗਾ, ਤੇ ਸਾਹਮਣੇ ਕਿਤਾਬ ਹੁੰਦੀ ਹੈ, ਲੇਕਿਨ ਲੋਕੀ ਫਿਰ ਉਹ ਭੱਜਦੇ ਕਿ ਵੀ ਕਿਸ ਪੇਜ ਜਾਈਏ, ਉਹ ਤੇ ਓਪਨ ਬੁੱਕ ਖੋਲ ਕੇ ਵੀ ਉਹਨਾਂ ਨੂੰ ਆਨਸਰ ਨਹੀਂ ਲੱਭਦਾ ਉਹਦੇ ਵਿੱਚ। ਪਹਿਲੀ ਗੱਲ ਤੇ ਲੋਕਾਂ ਨੂੰ ਇਹ ਹੁੰਦਾ ਕਿ ਵੀ ਉਹ ਕੁਐਸਚਨ ਸਮਝ ਹੀ ਨਹੀਂ ਆ ਰਿਹਾ, ਕੁਐਸਚਨ ਨੂੰ ਸਮਝਣ ਦੇ ਆਧਾ ਘੰਟਾ ਲੱਗਿਆ ਪਹਿਲੀ ਗੱਲ ਤੇ, ਜਵਾਬ ਕਿੱਥੋਂ ਮਿਲਣਾ। ਸੋ ਐਨੀਵੇ, so hey, congratulations one more time to you and your family and everybody, and ਤੁਹਾਨੂੰ ਸੈਸਕੇਚੁਆਨ ਵੀ ਤੁਹਾਨੂੰ ਮਤਲਬ ਕਿ ਸੂਟ ਕਰ ਗਿਆ ਐਕਚੁਅਲੀ, ਤੇ ਬਸ ਹੁਣ ਤੇ ਬਸ ਅੱਗੇ ਚੜਾਈਆਂ ਹੀ ਚੜਾਈਆਂ ਹੈ, ਉੱਤੇ ਬਦਲ ਤਨਖਾਹ ਵੀ ਤੁਹਾਡੀ ਇਨਕਰੀਜ਼ ਹੋਏਗੀ। ਯੂ ਪ੍ਰੀਟੀ ਮਚ ਆਫਟਰ ਯੂ ਗੈਟ PR or something, ਜੋ ਵੀ ਤੁਹਾਡਾ ਜਿਹੜਾ ਅਗਰ ਕੰਟਰੈਕਟ ਨਹੀਂ ਹੈ। ਸੋ ਇੱਕ ਮੈਂ ਹੋਰ ਵੀਡੀਓ ਪਾਇਆ ਸੀ ਕਿਸੇ ਦਾ, ਜਿਹੜੇ ਹੋਰ ਮਿਡਲ ਈਸਟ ਤੋਂ ਆਏ ਸੀ, ਉਹਨਾਂ ਨੂੰ ਐਕਚੁਅਲੀ ਉਹਨਾਂ ਨੂੰ ਵੀ ਜੌਬ ਉੱਥੇ ਮਿਲ ਗਈ ਓਨਟਾਰੀਓ ਵਿਦ ਸ਼ਾਇਦ BMW ਜਾਂ ਪੋਰਸ਼ੇ ਜਾਂ ਪਤਾ ਨਹੀਂ ਹੈ, Range Rover, yeah, that's good, that was a great company and pretty much ਤੇ ਉਹਨਾਂ ਨੂੰ ਵੀ ਦੱਸਾਂਗਾ ਕਿ ਵੀ ਆ ਕੇ ਅਗਰ ਜੇ ਕਰਨਾ। ਮੇਰਾ ਇੱਕ ਸਵਾਲ ਜ਼ਰੂਰ ਹੈ ਕਿ ਸ਼ਾਇਦ ਹੋ ਸਕਦਾ ਕਿ I may not know the answer yet, ਕਿ ਜੋ ਰਜਾਇਨਾ ਵਿੱਚ ਜੋ ਐਗਜ਼ਾਮੀਨੇਸ਼ਨ ਹੋਇਆ ਹੈ ਉਹਦਾ ਸਟੈਂਡਰਡ ਪ੍ਰੀਟੀ ਮਚ ਸੇਮ ਹੋਏਗਾ ਓਨਟਾਰੀਓ BC ਦਾ ਕਿ ਸੇਮ ਹੋਏਗਾ? ਹਾਂ, ਕਿ ਇਤਨੇ ਕਈ ਲੋਕ ਸੋਚਦੇ हैं कि ਵੀ ਇੱਥੇ ਜੀ ਲੀਨੀਅੰਟ ਹੋਗਾ ਜੀ, ਇੱਥੇ ਈਜ਼ੀ ਪਾਸ ਹੋ ਜਾਣਾ, ਕੋਈ ਨਹੀਂ ਉੱਥੇ ਕਰ ਰਹੀ ਹੈ, ਇਸ ਤਰ੍ਹਾਂ ਨਹੀਂ ਸਰ। ਐਕਚੁਅਲੀ ਇਹਨਾਂ ਦੀ ਬੁੱਕਸ ਨੇ, ਮਤਲਬ ਜਿਵੇਂ ਮੈਨੂੰ ਬੁੱਕ ਨੰਬਰ 6 ਤੋਂ ਕੁਐਸਚਨ ਆਏ ਸੀਗੇ, ਜਿਹੜੇ ਮੇਰੇ ਫੋਰਮੈਨ ਸੀਗੇ ਉਹਨਾਂ ਨੂੰ ਬੁੱਕ ਨੰਬਰ 4 ਤੋਂ ਆਏ ਸੀਗੇ, ਤੇ ਡਿਫਰੈਂਟ ਕੁਐਸਚਨ ਪੇਪਰ ਨੇ ਇਹਨਾਂ ਕੋਲ, ਮਤਲਬ 6 ਤਰ੍ਹਾਂ ਦੇ 7 ਤਰ੍ਹਾਂ ਦੇ ਇਹਨਾਂ ਕੋਲ ਪੈਟਰਨ ਨੇ, ਤੇ ਉਹ ਕੁਐਸਚਨ ਰੈੱਡ ਸੀਲ ਨੇ ਹੀ ਅਥਾਰਟੀ ਦਿੱਤੀ ਹੈ, ਰੈੱਡ ਸੀਲ ਨੇ ਅਪਰੂਵ ਕੀਤੇ ਹੋਏ ਨੇ, ਲੇਕਿਨ ਜਿਹੜੀ ਇੰਡੀਵਿਜੂਅਲ ਲੋਕਲ ਗਵਰਨਮੈਂਟ ਹੈ ਉਹਨੂੰ ਆਰਗੇਨਾਈਜ਼ ਕਰਦੀ ਹੈ, ਬਸ ਦੈਟਸ ਇਟ, ਅਦਰਵਾਈਜ਼ ਸਾਰੇ ਪੂਰੇ ਕੈਨੇਡਾ ਦੇ ਵਿੱਚ ਸੇਮ ਹੈ ਇਹ ਜੀ। ਮੇਰੇ ਕੋਲ ਨੈਕਸਟ ਮੰਥ। ਹਾਂਜੀ ਕਮਲ, ਮੈਂ ਤੁਹਾਨੂੰ ਇੱਕ ਆਈਡੀਆ ਵੀ ਹੋਰ ਦਿਆਂਗਾ, ਇਨਫੈਕਟ ਯੂ ਕੈਨ ਇਵਨ ਸਟਾਰਟ ਯੂਰ ਓਨ ਬਿਜ਼ਨਸ ਐਂਡ ਕੰਸਲਟਿੰਗ ਸਰਵਿਸ, ਕਿ ਜਿਹੜੇ ਲੋਕ ਹੋਰ ਗਾਂ ਨੂੰ ਮਤਲਬ ਕਿ ਆ ਰਹੇ ਹੈ ਸਟੂਡੈਂਟ ਜਿਨ੍ਹਾਂ ਨੇ ਚੈਲੰਜ ਕਰਨਾ, ਤੁਸੀਂ ਉਹਨਾਂ ਨੂੰ ਵੀ ਕੋਈ ਗਾਈਡੈਂਸ ਟ੍ਰੇਨਿੰਗ ਵਾਲਾ ਆਪਣਾ ਕੰਮ ਕਰ ਸਕਦੇ। ਇਟਸ ਨਾਟ ਅ ਬੈਡ ਆਈਡੀਆ, ਅਗਰ ਜੇ ਤੁਸੀਂ ਅਗਰ ਉਸ ਸਟੇਜ ਤੋਂ ਲੰਘ ਕੇ ਪਹੁੰਚੇ ਹੋ ਤੇ ਯੂ ਹੈਵ ਮੋਰ ਐਕਸਪੀਰੀਅੰਸ ਦੈਨ ਆਈ ਹੈਵ, ਬਿਕੋਜ਼ ਆਈ ਡੋਂਟ ਨੋ ਕਿ ਐਗਜ਼ਾਮੀਨੇਸ਼ਨ ਵਿੱਚ ਕਿਵੇਂ ਪੁੱਛਦੇ ਕੀ ਕੁਛ ਹੈ। ਸੋ ਡੈਫੀਨੇਟਲੀ ਤੁਸੀਂ ਉਹਨਾਂ ਨੂੰ ਆਪਣਾ ਗਾਈਡੈਂਸ ਵਾਲਾ ਕੁਝ ਕਰ ਸਕਦੇ ਹੋ। ਤੇ ਬਾਕੀ ਹੋਰ ਜਿਹੜੇ ਲੋਕ ਆ ਰਹੇ ਹੈ, ਜਿਹੜੇ ਰੈਜ਼ਿਊਮੇ ਮੇਰੇ ਕੋਲ ਪਹੁੰਚਦੇ ਹੈ,
ਤੇ ਉਹਨਾਂ ਨੂੰ ਮੈਂ ਫਿਰ ਤੁਹਾਨੂੰ ਯੂਜ਼ ਕਰਾਂਗਾ ਕਿ ਯੂ ਕੈਨ ਇੰਟਰਵਿਊ them and tell me ਕਿ ਵੀ ਉਹਨਾਂ ਦੇ ਮਿਨੀਮਮ ਸਟੈਂਡਰਡਸ ਨੂੰ ਮੀਟ ਕਰਦੀ ਹੈ ਕਿ ਨਹੀਂ ਹੈ, ਕਿਉਂਕਿ ਲੋਕਾਂ ਕੋਲ ਹੁੰਦੇ ਬੜੇ ਆ, ਡਿਪਲੋਮਾ ਬਹੁਤ ਹੁੰਦੇ ਆ, ਇੰਗਲਿਸ਼ ਵਾਲਾ ਹੁੰਦਾ, ਲੇਕਿਨ ਉਹ ਫਿਰ ਉਹ ਕੋਈ ਪ੍ਰੋਫੈਸ਼ਨਲੀ ਉਹਨੂੰ ਜਾਂਚ ਕਰ ਸਕਦਾ ਕਿ ਵੀ ਕਿਸ ਲੈਵਲ ਤੱਕ ਪਹੁੰਚਿਆ ਬੰਦਾ ਕਿ ਨਹੀਂ ਹੈ ਕਿ ਨਹੀਂ। ਚਲੋ, ਥੈਂਕ ਯੂ ਵੈਰੀ ਮਚ, ਇੰਜੋਏ ਦ ਰੈਸਟ ਆਫ ਯੋਰ ਨਾਈਟ। ਹਾਂਜੀ, ਕੁਝ ਕਹਿਣਾ ਸੀ? ਨਹੀਂ, ਆਪਾਂ ਜਿਵੇਂ ਡਿਸਕਸ ਕਰ ਰਹੇ ਬਲੂ ਸੀਲ ਬਾਰੇ, ਵੀ ਇਸ ਤੋਂ ਬਾਅਦ ਦਾ ਨੈਕਸਟ ਸਟੈਪ ਬਲੂ ਸੀਲ ਦਾ। ਜੀ ਬਲੂ ਸੀਲ ਕੀ ਚੀਜ਼ ਹੈ? ਰੈਡ ਸੀਲ ਤਾਂ ਮੈਨੂੰ ਪਤਾ ਸੀ, ਵਾਟ ਇਜ਼ ਬਲੂ ਸੀਲ ਨਾਓ? ਬਲੂ ਸੀਲ ਸਰ, ਰੈਡ ਸੀਲ ਤੇ ਜਿਹੜੇ ਬੰਦੇ ਨੇ ਰੈਡ ਸੀਲ ਹੋਲਡਰ ਬੰਦੇ ਨੇ, ਜਿਨ੍ਹਾਂ ਕੋਲ ਜਰਨੀਮੈਨ ਦਾ ਸਰਟੀਫਿਕੇਟ ਆ ਜਾਂਦਾ ਹੈ, ਉਹੀ ਐਲੀਜੀਬਲ ਹੁੰਦੇ ਨੇ ਬਲੂ ਸੀਲ ਵਾਸਤੇ। ਬਲੂ ਸੀਲ ਮੀਨਸ ਤੁਸੀਂ ਆਪਣੇ ਟ੍ਰੇਡ ਦੇ ਵਿੱਚ ਮੈਨੇਜਮੈਂਟ ਲੈਵਲ ਤੇ ਜਾ ਰਹੇ ਹੋ, ਮੀਨਸ ਨਾਓ ਯੂ ਆਰ ਇਨਫ ਕੁਆਲੀਫਾਈਡ ਟੂ ਟੇਕ ਸਰਵਿਸ ਮੈਨੇਜਰ ਪੋਸਟ, ਸਰਵਿਸ ਐਡਵਾਈਜ਼ਰ ਪੋਸਟ, ਲਾਈਕ ਦੈਟ। ਤੁਸੀਂ ਮੈਨੇਜਮੈਂਟ ਦੇ ਵਿੱਚ ਜਾ ਸਕਦੇ ਹੋ। ਉਸ ਮੈਨੇਜਮੈਂਟ ਦਾ ਇੱਕ ਅਲੱਗ ਤੋਂ ਸਰਟੀਫਿਕੇਸ਼ਨ ਹੈ, ਦੈਟ ਇਜ਼ ਕਾਲਡ ਬਲੂ ਸੀਲ, ਬਟ ਉਹਨਾਂ ਲਈ ਐਲੀਜੀਬਲ ਹੈ ਜਿਹੜੇ ਰੈਡ ਸੀਲ ਹੋਲਡਰ ਨੇ। ਜੇ ਤੁਸੀਂ ਉਹ ਅਗਰ ਐਗਜ਼ਾਮੀਨੇਸ਼ਨ ਵੀ ਪਾਸ ਕਰ ਲੋਗੇ, ਆਈ ਐਮ ਸ਼ੋਰ ਕਿ ਤੁਹਾਡੇ ਮਾਲਿਕ ਨੇ ਘਬਰਾ ਦੇਣਾ ਕਿ ਵੀ ਮੇਰੀ ਦੁਕਾਨ ਨੂੰ ਨਾ ਕਬਜ਼ਾ ਕਰ ਲਏ ਕਦੇ, ਉਹ ਟੇਕ ਓਵਰ ਨਹੀਂ ਕਰ ਸਕਦੇ ਆ ਕੇ। ਨਹੀਂ ਜੀ। ਪਰ ਚਲੋ, ਇਟਸ ਅ ਗੁੱਡ ਆਈਡੀਆ ਐਂਡ ਪ੍ਰੀਟੀ ਮਚ ਤੁਸੀਂ ਹੁਣ ਆਪਣੀ ਸੈਲਰੀ ਨੈਗੋਸ਼ੀਏਟ ਕਰੋ। ਤੇ ਮੇਰੇ ਖਿਆਲ ਤੁਹਾਡੇ ਜਿਹੜੇ ਮਾਲਿਕ ਸਾਹਿਬ ਸੀ, ਤੁਹਾਡੇ EMPLOYER, ਉਹਨਾਂ ਨੂੰ ਯਕੀਨ ਸੀ ਕਿ ਤੁਸੀਂ ਇਮੀਡੀਏਟਲੀ ਪਾਸ ਕਰ ਲੋਗੇ, ਕਿ ਦੇ ਨਿਊ ਇਨ ਦ ਹੈਂਡ ਕਿ ਵੀ ਇਹ ਕਰ ਹੀ ਲੇਗਾ ਤੇ ਹੁਣ ਸੂਨਰ ਲੇਟਰ? ਨਹੀਂ, ਐਕਚੁਅਲੀ ਉਹਨਾਂ ਨੂੰ ਤਾਂ ਯਕੀਨ ਸੀਗਾ ਵੀ ਕਰ ਲੇਗਾ, ਮੈਨੂੰ ਨਹੀਂ ਸੀ ਯਕੀਨ ਹੈਗਾ ਕਿ ਮੈਂ ਕਰ ਲੂਗਾ ਜੀ। ਅੱਛਾ। ਕਿਉਂਕਿ ਮੈਨੂੰ ਪਤਾ ਨਹੀਂ ਸੀਗਾ, ਕੋਈ ਵੀ ਬੰਦਾ ਮੈਨੂੰ ਇਸ ਤਰ੍ਹਾਂ ਦਾ ਮਿਲਿਆ ਨਹੀਂ ਹੈਗਾ ਜਿਹੜਾ ਮੈਨੂੰ ਐਗਜ਼ਾਮ ਬਾਰੇ ਦੱਸ ਪਾਵੇ ਵੀ ਕਿਸ ਤਰ੍ਹਾਂ ਦੇ ਕੁਐਸਚਨਸ ਆਉਣਗੇ, ਕਿਆ ਪੈਟਰਨ ਹੋਏਗਾ, ਐਕਸੈਪਟ ਮਾਈ ਫੋਰਮੈਨ। ਤੇ ਬਟ ਠੀਕ ਹੈ, ਅਗਰ ਤੁਹਾਡੇ ਕੋਲ ਟੈਕਨੀਕਲ ਨੌਲੇਜ ਹੈ ਤਾਂ ਫਿਰ ਆਟੋਮੋਬਾਈਲ ਦਾ ਕੋਈ ਵੀ ਐਗਜ਼ਾਮ ਹੋਵੇ ਫਿਰ ਟੋਟਲੀ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ ਹੈਗਾ, ਇਫ ਯੂ ਹੈਵ ਇਨਫ ਐਕਸਪੀਰੀਅੰਸ ਐਂਡ ਯੂ ਹੈਵ ਇਨਫ ਥਿਓਰੀਟੀਕਲ ਐਕਸਪੀਰੀਅੰਸ। ਜਿਹੜੇ ਤੁਹਾਡੇ ਨਾਲ ਜਿਹੜੇ ਸਟੂਡੈਂਟ ਆਏ ਸਨ, ਜਿਹੜੇ ਲੋਕਲ ਆਪਣੇ ਅਪ੍ਰੈਂਟਿਸਸ਼ਿਪ ਤੋਂ ਕਰ ਰਹੇ ਸੀ, ਉਹਨਾਂ ਦੀ ਨੌਲੇਜ ਵੀ ਵਾਕਈ, ਉਹਨਾਂ ਨੂੰ ਟ੍ਰੇਨਿੰਗ ਜਿਹੜੀ ਇੱਥੇ ਪੜ੍ਹਾਈ ਕਰ ਰਹੇ ਉਹਨਾਂ ਨੂੰ ਨੌਲੇਜ ਹੋ ਰਹੀ ਸੀਗੀ ਨੌਲੇਜ, ਕਿ ਵੜੀ ਥਿੰਕ ਨਹੀਂ ਨੌਲੇਜ ਸੀ ਉਹਨਾਂ ਨੂੰ ਨੌਲੇਜ ਸੀਗੀ, ਬਟ ਜਿਹੜੇ ਹੁਣ ਪ੍ਰੈਕਟੀਕਲ ਦੇ ਐਗਜ਼ਾਮ ਆ ਰਹੇ, ਮੰਨ ਲਓ ਉਹਨਾਂ ਨੇ ਕੁਐਸਚਨ ਕੀਤਾ ਸੀ ਕਿ ਇੱਕ ਟ੍ਰਾਂਸਫਰ ਕੇਸ ਦੇ ਵਿੱਚ ਨੋਇਸ ਆ ਰਹੀ ਹੈ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਨੋਇਸ ਹੈ ਉਹ, ਬਟ ਉਹ ਟ੍ਰਾਂਸਫਰ ਨੋਇਸ ਜਿਹੜੀ ਨੋਇਸ ਹੈ ਇੱਕ ਪਰਟੀਕੁਲਰ ਇੱਕ ਗੇਅਰ ਦੇ ਵਿੱਚੋਂ ਆਉਂਦੀ ਹੈ, ਰਾਈਟ, ਮਤਲਬ 4/5 ਸਪੀਡ 'ਚੋਂ ਆਉਂਦੀ ਹੈ। ਅਗਰ ਉਹਨਾਂ ਨੇ ਬੰਦਿਆਂ ਨੇ ਕਦੇ ਗੱਡੀ ਚਲਾਈ ਹੋਏਗੀ ਥਿਓਰੀਟੀਕਲ ਵਾਲਿਆਂ ਨੇ, ਤਾਂ ਹੀ ਉਹ ਜੱਜ ਕਰ ਪਾਉਣਗੇ ਕਿ ਯਾਰ ਨਹੀਂ 4 ਦੇ ਵਿੱਚ ਤਾਂ ਇੰਨੀ ਰੇਸ਼ੋ ਲੱਗਦੀ ਹੈ ਤੇ ਉਹਦੇ ਹਿਸਾਬ ਨਾਲ ਇਨਪੁਟ ਸਪੀਡ ਵੈਰਿੰਗ ਹੈ ਜਾਂ ਤੁਹਾਡੀ ਸਟੈਚਡ ਬੈਲਟ ਹੈ, ਲਾਈਕ ਦੈਟ। ਥਿਊਰੀ ਦਾ ਕੁਐਸਚਨ ਨਹੀਂ ਕਰ ਪਾਉਣਗੇ ਉਹ ਇਸ ਚੀਜ਼ ਨੂੰ। ਥਿਊਰੀ ਦੇ ਨਾਲ ਤੁਹਾਨੂੰ ਐਕਸਪੀਰੀਅੰਸ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਤਾਂ ਜਿਹੜੇ ਪੋਲੀਟਿਕਸ ਸਟੂਡੈਂਟ ਜਾਂਦੇ ਨੇ ਉਹ ਸਿਰਫ 6 ਸਾਲ ਪੜ੍ਹਦੇ ਨਹੀਂ ਹੈਗੇ, ਉਹ ਆਪਣੀ ਵਰਕਸ਼ਾਪ ਦੇ ਵਿੱਚ ਵੀ ਆਵਰਸ ਕੰਪਲੀਟ ਕਰਦੇ ਨੇ। ਉਸ ਤੋਂ ਬਾਅਦ ਹੀ ਐਲੀਜੀਬਲ ਹੁੰਦੇ ਨੇ। ਜੀ ਕਮਲ, ਮੈਨੂੰ ਤੇ ਇਹ ਪਤਾ ਕਿ ਮੇਰੀ ਗੱਡੀ ਕਿਤੇ ਖਰਾਬ ਹੋ ਗਈ, ਐਡਮਿੰਟਨ ਡਰਾਈਵ ਕਰਕੇ ਮੈਂ ਰੋਜ਼ਾਨਾ ਹੀ ਲੈ ਕੇ ਆਣੀ ਹੈ। ਹੁਣ ਤੇ ਮੇਰੇ ਕੋਲ ਕੋਈ ਚਾਰਾ ਨਹੀਂ ਹੈ ਮੇਰੀ ਗੱਡੀ ਖਰਾਬ। ਅਸੀਂ ਵੀ ਐਡਮਿੰਟਨ ਆਉਣਾ ਅਸੀਂ ਨੇ, ਕਿਉਂਕਿ ਮੇਰੇ ਬੌਸ ਐਡਮਿੰਟਨ ਖੋਲ ਰਹੇ ਨੇ ਇੱਕ ਨਵੀਂ ਵਰਕਸ਼ਾਪ, ਨਵੀਂ ਡੀਲਰਸ਼ਿਪ ਖੋਲ ਰਹੇ ਨੇ। ਚਲੋ ਯੂ ਆਰ ਮੋਸਟ ਵੈਲਕਮ, ਆਓ ਜਦੋਂ ਮਰਜੀ ਆਓ। ਆਈ ਵਿਲ ਬੀ ਬੈਕ ਇਨ ਐਡਮਿੰਟਨ ਅਬਾਊਟ ਨੈਕਸਟ ਮੰਥ। ਇਸ ਵਕਤ ਆਈ ਐਮ ਇੰਜੋਇੰਗ ਇਨ ਇੰਡੀਆ, ਤੋ ਫਿਰ ਕਦੇ ਮੀਟਿੰਗ ਕਰਾਂਗੇ। ਥੈਂਕ ਯੂ ਵੈਰੀ ਮਚ ਫॉर ਕਾਲਿੰਗ ਬੈਕ ਐਂਡ ਆਈ ਅਪਰੀਸ਼ੀਏਟ ਕਿ ਤੁਸੀਂ ਵਾਕਈ ਸਾਰੀ ਮਿਹਨਤ ਨੂੰ ਭਾਗ ਲਾਤੇ। ਐਕਚੁਅਲੀ ਸਾਰਾ ਤੁਹਾਡਾ ਸਕਸੈਸਫੁਲ ਹੋ ਗਿਆ ਸਾਰਾ ਕੰਮ। ਥੈਂਕ ਯੂ ਸਰ, ਥੈਂਕ ਯੂ। ਗੁੱਡ ਬਾਏ। ਓਕੇ, ਗੁੱਡ ਬਾਏ।